पेश है विज्ञान लड़ीवार आउण वाला कल दी 29वीं कड़ी। मूल लेखन डॉक्टर अरविंद दुबे, लड़ीवार संयोजक डॉक्टर BK त्यागी, पंजाबी रूपांतर ते खोज भारत ज्ञान विज्ञान समिति पंजाब ते चंडीगढ़। ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਸਾਡੀ ਅੱਜ ਦੀ ਕੜੀ ਪ੍ਰਾਚੀਨ ਲਿਖਤਾਂ ਵਿੱਚ ਬਣਾਉਟੀ ਬੌਧਿਕਤਾ। सावधान मूर्ख वानर, जिथे है उत्थे ही खड़ा रह। ए लंकनी दा आदेश है, जे एक पैर भी अगे वधाया ਤਾਂ ਕੀ ਹੋਏਗਾ ਮਾਤਾ? रुक रुक, उत्थे ही रुक। क्यों अपनी मौत नू बुला रहे हैं? और रुक ढीठ वानर, तू तो वधदा ही चला आ रहा है। की तैनू मौत तो डर नहीं लगदा? ਲੱਗਦਾ ਤਾਂ ਹੈ, ਪਰ ਤੁਸੀਂ ਮੌਤ ਦੀ ਦੇਵੀ ਵਰਗੇ ਤਾਂ ਦਿਸ ਨਹੀਂ ਰਹੇ। ओ मूर्ख, अपने ਲਈ ਤਾਂ ਤੂੰ ਮੈਨੂੰ ਮੌਤ ਦੀ ਦੇਵੀ ਸਮਝ। मैं लंकनी हाँ, लंका दी सुरक्षा दी जिम्मेवार। मैं हर समय लंका च प्रवेश करन वाले हर व्यक्ति ते निगरानी रखदी हां। बिना मेरी आज्ञा दे इत्थों तक कि हवा भी लंका च प्रवेश नहीं कर सकदी। ਓਹੋ, ਤਾਂ ਤੁਸੀਂ ਦੁਆਰਪਾਲ ਹੋ, ਮਹਿਲਾ ਦੁਆਰਪਾਲ। ਤੁਹਾਡੀ ਬੜੀ ਕਠਿਨ ਡਿਊਟੀ ਹੈ। ਠੀਕ ਹੈ, एक पासे हटो द्वारपालिका जी, मैं लंका दे अंदर जाना है। ਤਾਂ ਤੂੰ ਇੰਜ ਨਹੀਂ ਮੰਨੇਗਾ, ਅਜੇ ਵੀ ਵੱਧਦਾ ਚਲਾ ਆ ਰਿਹਾ ਹੈ। ਮੈਨੂੰ ਤੇਰੀ ਜ਼ਿੱਦ ਲਈ ਕੁਝ ਤਾਂ ਸਬਕ ਸਿਖਾਉਣਾ ਹੀ ਪਏਗਾ। ਆ ਲੈ। अरे 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 अरे, ਤੁਸੀਂ ਤਾਂ ਲੜਾਈ ਝਗੜੇ ਉੱਪਰ ਉਤਰ ਆਏ ਹੋ द्वारपालिका जी। बेकार गुस्सा करना ठीक नहीं होएगा। अरे अरे, ਤੁਸੀਂ ਤਾਂ ਮੇਰੇ ਮੁੱਕੇ ਮਾਰੀ ਜਾ ਰਹੇ ਹੋ। ਜੇਕਰ ਮੈਨੂੰ ਗੁੱਸਾ ਆ ਗਿਆ ਨਾ ਤਾਂ ਬਹੁਤ ਭਾਰੀ ਪਏਗਾ ਤੁਹਾਨੂੰ। ਅੱਛਾ, ਮੈਨੂੰ ਧਮਕਾਉਂਦਾ ਹੈ? ਤੈਨੂੰ ਮੇਰੀ ਵਿਸ਼ਾਲ ਕਾਇਆ ਤੋਂ ਡਰ ਨਹੀਂ ਲੱਗਦਾ? ਆ ਲੈ, ਹੋਰ ਲੈ। ਤਾਂ ਠੀਕ ਹੈ ਫਿਰ, ਜੇ ਤੁਸੀਂ ਨਹੀਂ ਮੰਨਦੇ ਤਾਂ ਜਿਹਾ ਹੀ ਸਹੀ। ਤੁਸੀਂ ਤਾਂ ਇੱਕ ਹੀ ਮੁੱਕੇ ਨਾਲ ਬੋਲ ਪਏ। ਮਾਫ ਕਰਨਾ, ਤੁਹਾਡੀ ਤਾਂ ਨੱਕ ਹੀ ਪਿਚਕ ਗਈ। ਓਹੋ, ਮੈਂ ਪਹਿਲਾਂ ਹੀ ਸਮਝਾ ਰਿਹਾ ਸੀ ਤੁਹਾਨੂੰ, ਪਰ ਤੁਸੀਂ ਤਾਂ ਮੰਨੇ ਹੀ ਨਹੀਂ। ਹੁਣ ਜ਼ਰਾ ਕਿਨਾਰੇ ਹੋ ਜਾਓ, ਮੈਂ ਲੰਕਾਪਤੀ ਰਾਵਣ ਨੂੰ ਮਿਲਣਾ ਹੈ। ਸਮਾਂ ਵੀ ਬਹੁਤ ਘੱਟ ਹੈ ਮੇਰੇ ਕੋਲ। ਤੂੰ ਕੌਣ ਹੈ? ਬਹਾਬਲਸ਼ਾਲੀ ਦੇਵ, ਕਿੰਨਰ, ਗੰਧਰਵ ਤਾਂ ਤੂੰ ਹੋ ਨਹੀਂ ਸਕਦਾ, ਕਿਉਂਕਿ ਉਹਨਾਂ 'ਚ ਇੰਨਾ ਸਾਹਸ ਨਹੀਂ ਹੈ ਕਿ ਉਹ ਲੰਕਣੀ ਦੇ ਸਾਹਮਣੇ ਟਿਕ ਸਕਣ। ਤੂੰ ਕੌਣ ਹੈ? ਆਪਣੀ ਪਛਾਣ ਤਾਂ ਦੱਸ। ਮਾਤਾ, ਇਹ ਤੁੱਛ ਵਾਨਰ ਅਯੋਧਿਆਪਤੀ ਰਾਮ ਦਾ ਇੱਕ ਛੋਟਾ ਜਿਹਾ ਦਾਸ ਹੈ। ਛੋਟਾ ਜਿਹਾ ਦਾਸ? ਤੇ ਉਸ ਦੀ ਇੰਨੀ ਸ਼ਕਤੀ? ਅਗਰ ਤੇਰੇ ਸਵਾਮੀ ਖੁਦ ਲੰਕਾ ਉੱਪਰ ਚੜ ਕੇ ਆ ਗਏ ਤਾਂ ਕੀ ਹੋਏਗਾ? ਮੈਂ ਜਾਣ ਗਈ ਹਾਂ, ਲੰਕਾ ਦਾ ਸਰਵਨਾਸ਼, ਖਾਤਮਾ ਨਿਸ਼ਚਿਤ ਹੈ। ਜਾ ਜਾ, ਨਿਡਰ ਹੋ ਕੇ ਲੰਕਾ 'ਚ ਪ੍ਰਵੇਸ਼ ਕਰ। ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜੋ ਆਗਿਆ ਮਾਤਾ। ਜੈ ਸ਼੍ਰੀ ਰਾਮ। ਹਾਂਜੀ ਬੇਟਾ, ਕੀ ਹੋ ਰਿਹਾ ਹੈ? ਰਿਸ਼ੀ, ਸਾਰਿਕਾ? ਪਾਪਾ, ਅੱਜਕੱਲ ਸਕੂਲ ਤੇ ਜਾਣਾ ਨਹੀਂ ਪੈ ਰਿਹਾ, ਸੋ ਟੀਵੀ ਤੇ ਇੱਕ ਪ੍ਰਸੰਗ ਵੇਖ ਰਹੇ ਸੀ। ਹਨੂਮਾਨ ਜੀ ਲੰਕਾ 'ਚ ਪ੍ਰਵੇਸ਼ ਕਰ ਰਹੇ ਸੀ। ਅੱਛਾ, ਵੈਸੇ ਕਮਾਲ ਹੈ ਨਾ, ਇਸ ਛੁੱਟੀ ਦੇ ਸਮੇਂ 'ਚ ਮੀਡੀਆ ਵਾਲੇ ਵੀ ਪੁਰਾਣੇ ਪਏ ਸੀਰੀਅਲਾਂ ਨੂੰ ਵਰਤਣ ਲੱਗ ਪਏ ਨੇ।
ਐਕਚੁਅਲੀ ਚਾਹੀਦਾ ਇਹ ਸੀ ਕਿ ਨਵੇਂ ਹਾਲਾਤਾਂ 'ਚ ਢਾਲ ਕੇ ਇਹ ਲੋਕ ਕੁਝ ਨਵਾਂ ਸਿਰਜਦੇ, ਪਰ ਇਹ ਪੁਰਾਣੇ ਨਾਲ ਹੀ ਵਕਤ ਕੱਟੀ ਕਰੀ ਜਾ ਰਹੇ ਨੇ। ਪਰ ਪਾਪਾ, ਰਮਾਇਣ ਦਾ ਇਹ ਹਨੂਮਾਨ ਤੇ ਲੰਕਣੀ ਵਾਲਾ ਪ੍ਰਸੰਗ ਤਾਂ ਕਮਾਲ ਦਾ ਸੀ। ਕਿੰਨਾ ਜ਼ਬਰਦਸਤ ਫਿਲਮਾਇਆ ਗਿਆ ਹੈ। ਬੇਟਾ ਇੱਕ ਗੱਲ ਦੱਸ, ਤੈਨੂੰ ਕੀ ਲੱਗਦਾ ਹੈ ਕਿ ਲੰਕਨੀ ਕੋਈ ਆਮ ਔਰਤ ਰਹੀ ਹੋਏਗੀ? ਐਨੀ ਵਿਸ਼ਾਲਕਾਏ, ਜੋ ਕਿ ਐਨੇ ਬਲਸ਼ਾਲੀ ਕਹੇ ਜਾਣ ਵਾਲੇ ਪਾਤਰ ਨੂੰ ਚੈਲੰਜ ਦੇ ਸਕੇ। ਪਾਪਾ ਤੁਹਾਨੂੰ ਕੀ ਲੱਗਦਾ ਹੈ, ਉਹ ਕੋਈ ਰੋਬੋਟ ਹੋਵੇਗੀ? ਲੈ, ਇਸ 'ਚ ਹੱਸਣ ਵਾਲੀ ਕੀ ਗੱਲ ਹੈ? ਐਨੇ ਵੱਡੇ ਸਰੀਰ ਦੀ ਕੋਈ ਇਸਤਰੀ ਹੋ ਸਕਦੀ ਹੈ? ਬੇਟਾ ਕੀ ਕੋਈ ਪਹਿਰੇਦਾਰ ਐਸੀ ਹੋ ਸਕਦੀ ਹੈ? ਸੋਚ ਕੇ ਦੇਖੋ ਜ਼ਰਾ, ਜੋ ਬਿਨਾਂ ਨਾਗਾ ਹਰ ਰੋਜ਼ 24 ਘੰਟੇ ਡਿਊਟੀ ਦੇ ਸਕਦੀ ਹੋਏ। ਇਹ ਤਾਂ ਹੈ ਪਾਪਾ, ਲੰਕਨੀ ਤੋਂ ਇਲਾਵਾ ਲੰਕਾ ਦੇ ਪ੍ਰਵੇਸ਼ ਦੁਆਰ ਦੇ ਉੱਪਰ ਕਿਸੇ ਹੋਰ ਦਾ ਨਾਮ ਤਾਂ ਅੱਜ ਤੱਕ ਨਹੀਂ ਸੁਣਿਆ ਆਪਾਂ। ਮਤਲਬ ਕਿ ਲੰਕਣੀ ਜਿਉਂਦੀ ਜਾਗਦੀ ਇਸਤਰੀ ਨਹੀਂ, ਬਲਕਿ ਕੋਈ ਦਾਨਵੀ ਹੀ ਹੋ ਸਕਦੀ ਹੈ। ਮੈਨੂੰ ਵੀ ਇਹੀ ਲੱਗਦਾ ਹੈ ਕਿ ਰਚਨਾਕਰਤਾ ਨੇ ਜਾਣੇ ਅਣਜਾਣੇ 'ਚ ਜੋ ਕਲਪਨਾ ਕੀਤੀ ਹੈ, ਉਹ ਇੱਕ ਗੈਰ ਮਾਨਵੀ ਦਾਨਵ ਦੀ ਹੈ। ਮੇਰੇ ਕਹਿਣ ਦਾ ਵੀ ਇਹੀ ਮਤਲਬ ਸੀ ਪਾਪਾ। ਨਾਲੇ ਦਾਨਵ ਤਾਂ ਦਾਨਵ ਹੁੰਦੇ ਨੇ, ਮਨੁੱਖ ਨਹੀਂ। ਬਿਲਕੁਲ। ਤਾਂ ਉਹਨੇ ਗੱਲ ਤਾਂ ਸਮਝੋ, ਇੱਕ ਪਾਤਰ ਨਾ ਮੈਨੂੰ ਬਹੁਤ ਹੀ ਫੈਸੀਨੇਟ ਕਰਦਾ, ਬਹੁਤ ਹੀ ਹੈਰਾਨ ਕਰਦਾ। ਕਿਹੜਾ? ਮੈਂ ਉਹਦੇ ਬਾਰੇ ਜਿੰਨਾ ਵੀ ਸੋਚਦਾ ਉਹ ਉਨਾ ਹੀ ਰਹੱਸਮਈ ਹੁੰਦਾ ਜਾਂਦਾ। ਰਾਵਣ? ਨਹੀਂ। ਹਨੂਮਾਨ? ਉਹ ਵੀ ਨਹੀਂ ਬੇਟਾ। ਤਾਂ ਫੇਰ ਕਿਹੜਾ? ਬੇਟਾ ਉਸ ਪਾਤਰ ਦਾ ਨਾਂ ਹੈ ਕੁੰਭਕਰਨ। ਕਿਉਂ ਪਾਪਾ? ਦੇਖੋ, ਦੱਸਿਆ ਗਿਆ ਕਿ ਕੁੰਭਕਰਨ 6 ਮਹੀਨੇ ਸੌਂਦਾ ਸੀ, 6 ਮਹੀਨੇ ਜਾਗਦਾ ਸੀ। ਉਹ ਤਰ੍ਹਾਂ ਤਰ੍ਹਾਂ ਦੇ ਦਿਵਯ ਅਸਤਰ ਵਰਤਦਾ ਸੀ, ਮਹਾਨ ਬਲਸ਼ਾਲੀ ਸੀ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਵੇਰਵਾ ਤੇ ਵਿਵਸਥਾ ਸਧਾਰਨ ਵਿਅਕਤੀ ਉੱਪਰ ਫਿੱਟ ਹੁੰਦੇ ਨੇ? ਇਹ ਤਾਂ ਤੁਸੀਂ ਠੀਕ ਕਿਹਾ ਪਾਪਾ, ਪਰ 6 ਮਹੀਨੇ ਸੌਣ ਤੇ ਜਾਗਣ ਤੋਂ ਕੀ ਮਤਲਬ? ਮੈਂ ਸਮਝਿਆ ਨਹੀਂ। ਪਾਪਾ, ਇਸ ਤਰ੍ਹਾਂ ਦਾ ਕੋਈ ਆਮ ਹੱਡ ਮਾਸ ਵਾਲਾ ਆਦਮੀ ਤਾਂ ਹੋ ਹੀ ਨਹੀਂ ਸਕਦਾ। ਬੇਟਾ ਮੈਨੂੰ ਲੱਗਦਾ ਹੈ ਕਿ ਰਚਨਾਕਰਤਾ ਨੇ ਸੋਚਿਆ ਤਾਂ ਇੱਕ ਅਤ ਵਿਸ਼ਾਲ ਕਾਇ ਦਾਨਵ ਬਾਬਤ ਹੋਏਗਾ, ਪਰ ਉਹ ਲੇਖਕ ਉਸ ਦੀਆਂ ਆਦਤਾਂ ਮਨੁੱਖ ਦੀ ਤਰ੍ਹਾਂ ਹੀ ਸੋਚ ਪਾਇਆ ਹੋਵੇਗਾ, ਕਿਉਂਕਿ ਉਸ ਵੇਲੇ ਇਨਸਾਨ ਕੋਲ ਕੇਵਲ ਮਨੁੱਖ, ਦੇਵਤੇ ਜਾਂ ਦਾਨਵ ਦਾ ਹੀ ਸੰਕਲਪ ਸੀ, ਤੇ ਹਕੀਕਤ 'ਚ ਤਾਂ ਇਸ ਧਰਤੀ ਉੱਪਰ ਕੇਵਲ ਮਨੁੱਖ, ਜੀਵ ਜੰਤੂ ਤੇ ਬਨਸਪਤੀ ਸੀਗੇ। ਇਸ ਤੋਂ ਸਿਵਾਏ ਜੀਵਤ ਜਗਤ ਵਿੱਚ ਕੁਝ ਵੀ ਤਾਂ ਨਹੀਂ ਸੀ। ਕੀ ਮਤਲਬ? ਵਿਗਿਆਨ ਅਨੁਸਾਰ ਵੀ ਇੱਕ ਆਦਮੀ ਜਦ ਮਿਹਨਤ ਦਾ ਕੰਮ ਕਰਦਾ ਹੈ ਤਾਂ ਉਹ ਥੱਕ ਜਾਂਦਾ ਹੈ, ਰਾਈਟ? ਹੁਣ ਉਹਨੂੰ ਮੁੜ ਤਰੋਤਾਜ਼ਾ ਹੋਣ ਦੇ ਲਈ ਉਨਾ ਹੀ ਲੰਬਾ ਸਮਾਂ ਚਾਹੀਦਾ ਜਿੰਨਾ ਚਿਰ ਉਹ ਕੰਮ ਕਰਦਾ ਰਿਹਾ। ਉਹ ਜਿੱਦਾਂ ਅਸੀਂ ਲੋਕ ਦਿਨੇ ਕੰਮ ਕਰਦੇ ਹਾਂ ਤੇ ਰਾਤ ਨੂੰ ਸੋ ਕੇ ਫਰੈਸ਼ ਹੋ ਜਾਂਦੇ ਹਾਂ। ਹਾਂ, ਇਸੇ ਲਈ ਤਾਂ ਮਜ਼ਦੂਰ ਲੋਕ ਰਾਤ ਨੂੰ ਹੀ ਸੋ ਜਾਂਦੇ ਨੇ ਤੇ ਸਵੇਰ ਤੱਕ ਗਹਿਰੀ ਨੀਂਦ ਸੌਂਦੇ ਰਹਿੰਦੇ ਨੇ, ਕਿਉਂਕਿ ਇਹ ਦਿਨ ਭਰ ਬਹੁਤ ਮਿਹਨਤ ਦਾ ਕੰਮ ਕਰਦੇ ਨੇ। ਸੋ ਜੋ ਜਿੰਨੀ ਮਿਹਨਤ ਕਰੇਗਾ ਉਸ ਨੂੰ ਤਰੋਤਾਜ਼ਾ ਹੋਣ ਲਈ ਉਨੀ ਹੀ ਨੀਂਦ ਚਾਹੀਦੀ ਹੈ। ਇਸ ਲਈ ਰਮਾਇਣ ਦੇ ਦਾਨਵੀ ਪਾਤਰ ਕੁੰਭਕਰਨ ਨੂੰ ਵੀ ਤਰੋਤਾਜ਼ਾ ਹੋਣ ਲਈ 6 ਮਹੀਨੇ ਦੀ ਹੀ ਨੀਂਦ ਚਾਹੀਦੀ ਹੈ। ਹਾਂ, ਹੋ ਸਕਦਾ ਹੈ ਕਿ ਉਹ ਕਲਪਨਾ ਇੱਕ ਭਾਰੀ ਭਰਕਮ ਦਾਨਵ ਦੀ ਹੀ ਹੋਵੇ, ਕਿਉਂਕਿ ਉਸ ਦੇ ਭੋਜਨ ਬਾਰੇ 'ਚ ਵੀ ਤਾਂ ਇਹੋ ਕਿਹਾ ਗਿਆ ਹੈ। ਉਸ ਨੂੰ ਸੁਣ ਕੇ ਵੀ ਤਾਂ ਐਦਾਂ ਹੀ ਲੱਗਦਾ। ਜਾਂ 6 ਮਹੀਨੇ ਲਗਾਤਾਰ ਕੰਮ ਕਰਨ ਦੇ ਨਾਲ ਉਹ ਵਿਚਾਰਾ ਇੰਨਾ ਥੱਕ ਜਾਂਦਾ ਹੋਏਗਾ ਕਿ ਉਹਨੂੰ ਫਿਰ ਤੋਂ ਐਕਟਿਵ ਹੋਣ ਵਾਸਤੇ 6 ਮਹੀਨੇ ਲੱਗ ਜਾਂਦੇ ਹੋਣ। ਨਹੀਂ ਬੇਟਾ, ਮੈਨੂੰ ਨਹੀਂ ਲੱਗਦਾ ਕਿ ਐਦਾਂ ਕੁਝ ਹੁੰਦਾ ਹੋਵੇਗਾ। ਕਿਉਂ? ਤੁਸੀਂ ਇਹਨੇ ਵਿਸ਼ਵਾਸ ਨਾਲ ਕਿਵੇਂ ਕਹਿ ਸਕਦੇ ਹੋ? ਜੇ ਏਦਾਂ ਨਹੀਂ ਸੀ ਤਾਂ ਫਿਰ ਕੁੰਭਕਰਨ 6 ਮਹੀਨੇ ਸੌਂਦਾ ਤੇ 6 ਮਹੀਨੇ ਜਾਗਦਾ ਕਿਉਂ ਸੀ ਪਾਪਾ? ਬੇਟਾ, ਤੁਸੀਂ ਤਾਂ ਅਜੋਕੀ ਮਨੁੱਖੀ ਹਕੀਕਤ ਜੋ ਦੇਖਦੇ ਹੋ ਵਿਅਕਤੀ ਦੀ ਜਾਂ ਅੰਗਾਂ ਦੀ ਥਕਾਨ ਬਾਬਤ, ਉਸ ਦੇ ਅਨੁਸਾਰ ਹੀ ਕਲਪਨਾ ਕਰਨ ਲੱਗ ਪਏ ਹੋ। ਹਾਂ ਪਾਪਾ, ਸਾਡੇ ਸਮੇਂ 'ਚ ਬਹੁਤ ਸਾਰੇ ਅਜੀਬ ਖਿਆਲ ਇਹੋ ਜਿਹੀ ਹਕੀਕਤ ਬਣ ਕੇ ਉਜਾਗਰ ਹੋ ਰਹੇ ਨੇ। ਸਾਡੀ ਸੋਚ ਵੀ ਤਾਂ ਉਸੇ ਤਰ੍ਹਾਂ ਦੀ ਹੋਏਗੀ ਫਿਰ। ਮਨੁੱਖੀ ਦਿਮਾਗ ਦੀ ਸਿੱਖਣ ਪ੍ਰਕਿਰਿਆ ਦੀ ਤੇ ਸੋਚ ਵਿਕਸਿਤ ਹੋਣ ਦੀ, ਵਿਗਿਆਨ ਦੇ ਅਨੁਸਾਰ ਮਨੁੱਖ ਉਹੀ ਕੁਝ ਸੋਚ ਸਕਦਾ ਹੈ ਜੋ ਕਿਸੇ ਨਾ ਕਿਸੇ ਰੂਪ 'ਚ ਆਪਣੇ ਆਲੇ ਦੁਆਲੇ ਵਿੱਚ ਵਾਪਰਦਾ ਵੇਖਦਾ ਹੈ। ਪਾਪਾ, ਰਮਾਇਣ ਦਾ ਕੋਈ ਹੋਰ ਪਾਤਰ ਹੋਵੇ ਜੋ ਤੁਹਾਡਾ ਫੇਵਰੇਟ ਹੋਵੇ? ਹੈ ਬੇਟਾ, ਬਿਲਕੁਲ ਹੈ। ਬਾਲੀ, ਸੁਗਰੀਵ ਦਾ ਵੱਡਾ ਭਰਾ। ਬੇਟਾ, ਇਹ ਬਾਲੀ ਮੈਨੂੰ ਅਜੀਬ ਜਿਹਾ ਪਾਤਰ ਲੱਗਦਾ ਹੈ, ਕਿਉਂਕਿ ਇਹ ਵੀ ਹੱਡ ਮਾਸ ਦੇ ਕਿਸੇ ਆਮ ਇਨਸਾਨ ਦੀ ਧਾਰਨਾ 'ਚ ਫਿੱਟ ਨਹੀਂ ਆਉਂਦਾ। ਇਹ ਇਦਾਂ ਕਿਉਂ ਪਾਪਾ? ਇਦਾਂ ਇਸ ਲਈ ਪੁੱਤਰ ਜੀ ਕਿ ਬਾਲੀ ਦੇ ਬਾਰੇ ਰਮਾਇਣ 'ਚ ਲਿਖਿਆ ਹੈ ਕਿ ਉਸ ਨਾਲ ਜੇ ਕੋਈ ਵੀ ਲੜਨ ਆਉਂਦਾ ਸੀ ਤਾਂ ਉਹਦੀ ਅੱਧੀ ਤਾਕਤ ਬਾਲੀ 'ਚ ਆ ਜਾਂਦੀ ਸੀ। ਅੱਛਾ,
ਤਾਂ ਹੀ ਤਾਂ ਰਿਸ਼ੀ ਕਥਾ 'ਚ ਲਿਖਿਆ ਨਾ ਕਿ ਸ਼੍ਰੀ ਰਾਮ ਨੇ ਉਸ ਨੂੰ ਰੁੱਖਾਂ ਦੇ ਪਿੱਛੇ ਦਰਖਤਾਂ ਦੇ ਪਿੱਛੇ ਲੁੱਕ ਕੇ ਮਾਰਿਆ ਸੀ। ਹੁਣ ਅੱਜ ਸੋਚੋ ਕਿ ਕੋਈ ਐਸਾ ਜੀਵ ਹੋ ਸਕਦਾ ਹੈ ਜਿਸ ਦੇ ਸਾਹਮਣੇ ਜਾਣ ਤੇ ਤੁਹਾਡੀ ਅੱਧੀ ਤਾਕਤ ਉਸ ਦੇ ਅੰਦਰ ਚਲੀ ਜਾਏ। ਸੋਚੋ ਜ਼ਰਾ। ਹਾਂ, ਮਾਇਆਵੀ ਸੋਚ ਅਨੁਸਾਰ ਤਾਂ ਜਾ ਹੀ ਸਕਦੀ ਹੈ ਪਾਪਾ। ਬੇਟਾ, ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਆਧੁਨਿਕ ਵਿਗਿਆਨ 'ਚ ਪ੍ਰਯੋਗ ਦੇ ਤੌਰ ਤੇ ਇਹ ਚੱਲ ਰਿਹਾ ਹੈ, ਜਿਸ 'ਚ ਕੀ ਕੀਤਾ ਗਿਆ, ਬਿਜਲੀ ਦੇ ਵਾਇਰਲੈਸ ਟਰਾਂਸਮਿਸ਼ਨ ਨੂੰ ਐਕਸਪੈਰੀਮੈਂਟਲ ਤੌਰ ਤੇ ਯੂਜ਼ ਕੀਤਾ ਜਾ ਰਿਹਾ ਹੈ। ਤੇ ਪਾਪਾ, ਇਹਦਾ ਮਤਲਬ ਹੈ ਤੁਸੀਂ ਸੋਚਦੇ ਹੋ ਕਿ ਭਵਿੱਖ 'ਚ ਅਜਿਹੀਆਂ ਸਮਾਰਟ ਮਸ਼ੀਨਾਂ ਬਣਾਈਆਂ ਜਾ ਸਕਦੀਆਂ ਨੇ ਜੋ ਦੂਸਰੀਆਂ ਮਸ਼ੀਨਾਂ ਤੋਂ ਵਾਇਰਲੈਸ ਤਰੀਕੇ ਨਾਲ ਊਰਜਾ ਗ੍ਰਹਿਣ ਕਰ ਲੈਣ। ਐਬਸੋਲੂਟਲੀ, ਬਿਲਕੁਲ ਬੇਟਾ। ਹਾਲਾਂਕਿ ਅਜੇ ਇਹ ਐਕਸਪੈਰੀਮੈਂਟਲ ਲੈਵਲ ਤੇ ਹੀ ਹੈ, ਪਰ ਅੱਗੇ ਜਾ ਕੇ ਸਧਾਰਨ ਵਿਵਹਾਰ ਵਿੱਚ ਜ਼ਰੂਰ ਆ ਸਕਦਾ ਹੈ। ਪਰ ਪਾਪਾ, ਮੈਨੂੰ ਇੱਕ ਗੱਲ ਤੇ ਬਾਰ-ਬਾਰ ਸ਼ੱਕ ਹੋ ਰਿਹਾ ਹੈ। ਕਿਉਂ ਬੇਟਾ ਜੀ, ਕਿਸ ਗੱਲ ਤੇ ਸ਼ੱਕ ਹੋ ਰਿਹਾ? ਪਾਪਾ, ਸ਼ੱਕ ਇਸ ਕਰਕੇ ਕਿ ਤੁਸੀਂ ਜਿਹੜੀਆਂ ਉਦਾਹਰਨਾਂ ਦੇ ਰਹੇ ਹੋ, ਜਿਹੜੇ ਐਗਜ਼ਾਮਪਲ ਦੇ ਰਹੇ ਹੋ, ਲੰਕਨੀ, ਕੁੰਭਕਰਨ, ਬਾਲੀ, ਇਹ ਤਾਂ ਸਭ ਰਾਵਣ ਦੇ ਪਾਸੇ ਦੀਆਂ ਨੇ ਨਾ। ਤਾਂ ਫਿਰ ਬੇਟਾ ਇਹ 'ਚ ਸ਼ੱਕ ਵਾਲੀ ਕਿਹੜੀ ਗੱਲ, ਮੈਨੂੰ ਸਮਝ ਨਹੀਂ ਆਈ। ਪਾਪਾ, ਸ਼ੱਕ ਦਾ ਤਾਂ ਬਹੁਤ ਵੱਡਾ ਕਾਰਨ ਇਸ ਕਥਾ 'ਚ ਹੀ ਪੈ ਗਿਆ। ਅੱਛਾ, ਬਈ ਕੀ ਪਿਆ ਕਥਾ 'ਚ ਜੋ ਤੈਨੂੰ ਨਜ਼ਰ ਆ ਗਿਆ? ਪਾਪਾ, ਰਾਵਣ 4 ਵੇਦਾਂ ਦਾ ਗਿਆਤਾ ਇੱਕ ਬ੍ਰਾਹਮਣ ਸੀ। ਇੰਨਾ ਗਿਆਨਵਾਨ ਤੇ ਉੱਚੇ ਇਖਲਾਕ ਦਾ ਬੰਦਾ ਕਿ ਰਾਮ ਨੇ ਹਵਨ ਕਰਨ ਵਾਸਤੇ ਜਦ ਉਸ ਨੂੰ ਪੰਡਤ ਥਾਪਿਆ ਤਾਂ ਉਹ ਆਇਆ ਤੇ ਹਵਨ ਸਮੱਗਰੀ ਵੀ ਨਾਲ ਲਿਆਇਆ। ਦਕਸ਼ਨਾ ਕੋਈ ਨਹੀਂ ਲਈ ਕਿ ਜਜਮਾਨ ਜਦ ਸੰਕਟ 'ਚ ਹੋਵੇ ਤਾਂ ਉਸ ਤੋਂ ਦਕਸ਼ਨਾ ਨਹੀਂ ਲਈਦੀ। ਉਹ ਤਾਂ ਠੀਕ ਹੈ ਬੇਟਾ, ਪਰ ਇਸ 'ਚ ਹੈਰਾਨੀ ਤੇ ਸ਼ੰਕਾ ਦੀ ਕਿਹੜੀ ਗੱਲ ਹੈ? ਪਾਪਾ, ਦਸ਼ਰਥ ਪੁੱਤਰ ਰਾਮ ਵੀ ਤਾਂ ਖੱਤਰੀ ਸਨ ਨਾ। ਬਿਲਕੁਲ, ਇਹ 'ਚ ਕੀ ਸ਼ੱਕ ਹੈ? ਪਾਪਾ, ਖੱਤਰੀ ਪੁੱਤਰ ਸ਼੍ਰੀ ਰਾਮ ਜੀ ਨੇ 4 ਵੇਦਾਂ ਦੇ ਗਿਆਤਾ ਬ੍ਰਾਹਮਣ ਰਾਵਣ ਦਾ ਵੱਧ ਕਰਕੇ ਉਸ ਦੀ ਮੁਕਤੀ ਕੀਤੀ ਸੀ। ਉਹ ਬੇਟਾ, ਕੀਤੀ ਸੀ ਮੁਕਤੀ? ਤੁਸੀਂ ਬੁਝਾਰਤਾਂ ਕੀ ਪਾਈ ਜਾ ਰਹੇ ਹੋ? ਆਪਣੇ ਸ਼ੱਕ ਬਾਰੇ ਪੁੱਛੋ, ਕੀ ਹੈ ਸ਼ੱਕ ਤੁਹਾਡਾ? ਪਾਪਾ, ਸ਼ੱਕ ਤਾਂ ਰਿਸ਼ੀ ਵੀਰੇ ਦੀ ਗੱਲ ਨੇ ਖਤਮ ਕਰ ਦਿੱਤਾ। ਖਤਮ ਇਹੀ ਹੋ ਗਿਆ ਕਿ ਮੈਨੂੰ ਸਮਝ ਆ ਗਈ ਕਿ ਰਾਵਣ 4 ਵੇਦਾਂ ਦਾ ਗਿਆਤਾ ਸੀ, ਪਰ ਆਪਣੇ ਬੁਰੇ ਕਰਮਾਂ ਕਰਕੇ ਸੀ ਦੈਂਤ, ਜਿਸ ਦੀ ਦਾਨਵੀ ਸੇਨਾ ਨੂੰ ਦੇਵਤਿਆਂ ਨੇ ਹਰਾਇਆ ਤੇ ਦਸ਼ਰਥ ਪੁੱਤਰ ਸ਼੍ਰੀ ਰਾਮ ਦੇ ਹੱਥੋਂ ਉਸ ਦਾ ਵੱਧ ਕੀਤਾ ਗਿਆ। ਤੇ ਪਾਪਾ, ਹਨੂਮਾਨ ਜੀ ਜਿਹੜੇ ਸੂਰਜ ਨੂੰ ਨਿਗਲਣ ਗਏ ਸੀ, ਉੱਡ ਕੇ ਸਮੁੰਦਰ ਪਾਰ ਕਰ ਗਏ ਤੇ ਸੰਜੀਵਨੀ ਬੂਟੀ ਲੈਣ ਗਏ ਤੇ ਪਹਾੜੀ ਚੁੱਕ ਕੇ ਲਿਆਏ। ਹਾਂ ਬੇਟਾ, ਹੁਣ ਤਾਂ ਮੇਰਾ ਵੀ ਵਿਸ਼ਵਾਸ ਹੈ ਕਿ ਹੋਰ ਵੀ ਬਹੁਤ ਸਾਰੇ ਪਾਤਰ ਮਾਇਆਵੀ ਸ਼ਕਤੀਆਂ ਦੇ ਮਾਲਕ ਸੀਗੇ। ਤੇ ਪਾਪਾ, ਜਿਵੇਂ ਡਾਇਨਾਸੌਰਾਂ ਦੇ ਅਵਸ਼ੇਸ਼ ਮਿਲੇ ਨੇ, ਕਿ ਇਹਨਾਂ ਦਾਨਵਾਂ ਦੇ ਵੀ ਕੋਈ ਅਵਸ਼ੇਸ਼ ਮਿਲੇ ਨੇ ਅਜੇ ਤੱਕ? ਨਹੀਂ ਬੇਟਾ, ਐਸੇ ਅਵਸ਼ੇਸ਼ ਤਾਂ ਕਦੀ ਨਹੀਂ ਮਿਲੇ। ਪਾਪਾ, ਫਿਰ ਤਾਂ ਸਭ ਕਲੀਅਰ ਹੈ। ਕਿਉਂ ਰਿਸ਼ੀ ਵੀਰੇ? ਕਿ ਵਿਸ਼ਵਾਸ ਵਿਸ਼ਵਾਸ ਹੈ ਤੇ ਵਿਗਿਆਨ ਵਿਗਿਆਨ। ਆਪਾਂ ਇਹਨਾਂ ਨੂੰ ਮਿਕਸ ਨਾ ਕਰੀਏ। ਬਿਲਕੁਲ ਬੇਟਾ, ਤੇਰਾ ਕਹਿਣਾ ਤਾਂ ਠੀਕ ਹੈ, ਪਰ ਦੇਖੋ ਜ਼ਰਾ, ਲੇਖਕ ਦੀ ਸੋਚ ਤੇ ਵਰਣਨ ਦੇ ਕਮਾਲ ਨੂੰ ਤਾਂ ਮੰਨਣਾ ਹੀ ਪੈਣਾ ਨਾ। ਤੇ ਹਨੂਮਾਨ ਜੀ ਨੂੰ ਪਵਨ ਪੁੱਤਰ, ਉਹ ਬਹੁਤ ਤੇਜ਼ੀ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਸੀ। ਪਰ ਪਾਪਾ, ਹੋਰ ਵੀ ਤਾਂ ਬਹੁਤ ਸਾਰੀਆਂ ਪੁਰਾਤਨ ਕਥਾਵਾਂ ਨੇ ਜਿਨ੍ਹਾਂ 'ਚ ਦਾਨਵਾਂ ਤੇ ਦੇਵਤਿਆਂ ਦਾ ਜ਼ਿਕਰ ਹੈ ਤੇ ਮਾਇਆਵੀ ਸ਼ਕਤੀਆਂ ਦਾ ਵੀ ਬੋਲਬਾਲਾ ਹੈ। ਹੈਗੇ ਨੇ ਬਹੁਤ ਸਾਰੇ ਕਰੈਕਟਰਸ ਨੇ ਐਸੇ, ਅਲੱਗ-ਅਲੱਗ ਤਰ੍ਹਾਂ ਦੇ ਨੇ, ਪਰ ਗੱਲ ਤੁਹਾਡੇ ਦੇਖੇ ਦ੍ਰਿਸ਼ ਦੀ ਹੋ ਰਹੀ ਹੈ, ਜਿਸ ਕਰਕੇ ਮੈਂ ਆਪਣੀ ਗੱਲ ਉਸ ਦੇ ਦੁਆਲੇ ਰੱਖੀ ਹੈ। ਪਰ ਪਾਪਾ, ਵਿਗਿਆਨ ਤਾਂ ਇੱਕ ਸਿੱਧੀ ਚਾਲੇ ਚੱਲਦਾ ਹੈ। ਉਸ ਨੇ ਉੱਪਰ ਵੱਲ ਨੂੰ ਹੀ ਉਡਾਨ ਭਰਨੀ ਹੁੰਦੀ ਹੈ। ਉਸ ਦਾ ਵਿਕਾਸ ਤਾਂ ਲਗਾਤਾਰਤਾ ਵਿੱਚ ਹੁੰਦਾ ਹੈ। ਵਿਸ਼ਵਾਸ ਤਾਂ ਵਿਸ਼ਵਾਸ ਹੈ, ਉਸ ਦੇ ਸਾਹਮਣੇ ਤਾਂ ਵਿਸ਼ਵਾਸੀ ਮਨੁੱਖ ਨਤਮਸਤਕ ਹੁੰਦਾ ਹੈ। ਇਸ ਲਈ ਉਸ ਨੂੰ ਵਿਗਿਆਨ ਨਾਲ ਮਿਕਸ ਕਰਨਾ ਕਿੰਨਾ ਕੁ ਸਹੀ ਹੈ? ਨਾਲੇ ਪਾਪਾ, ਵਿਸ਼ਵਾਸ ਨੂੰ ਵਿਗਿਆਨ ਦੇ ਨੇਮਾਂ ਤੇ ਉਹਦੇ ਸਟੈਂਡਰਡ ਦੇ ਮੁਤਾਬਕ ਆਂਕਲਨ ਕਰਨ ਦੇ ਚੱਕਰ 'ਚ ਆਪਾਂ ਨਾ ਹੀ ਪਈਏ ਤੇ ਚੰਗਾ। ਪਰ ਬੇਟਾ, ਵਿਗਿਆਨ ਦੇ ਕਿਹੜੇ ਨਿਯਮ ਨੇ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਗੱਲਾਂ ਕਰ ਰਹੇ ਹੋ? ਪਾਪਾ, ਵਿਗਿਆਨ 'ਚ ਇੱਕ ਕਾਲ 'ਚ ਇੱਕ ਸਮੇਂ ਤੇ ਇੱਕੋ ਸਥਾਨ ਉੱਪਰ ਇੱਕੋ ਜਿਹੀਆਂ ਭੌਤਿਕ ਸਥਿਤੀਆਂ ਵਿੱਚ ਬੇਹਿਸਾਬੇ ਅੰਤਰ ਨਹੀਂ ਹੋ ਸਕਦੇ। ਹੁਣ ਵੀ ਇਹ ਹਕੀਕਤ ਹੈ ਕਿ ਸਮਾਜਿਕ, ਆਰਥਿਕ, ਭੌਤਿਕ ਹਾਲਾਤਾਂ ਦੇ ਵਖਰੇਵੇਂ ਦੇ ਬਾਵਜੂਦ ਵਿਗਿਆਨ ਦੇ ਵਿਕਾਸ 'ਚ ਜ਼ਮੀਨ ਆਸਮਾਨ ਦਾ ਪਾੜਾ ਨਹੀਂ ਹੈ। ਪਰ ਪਾਪਾ, ਸਾਡਾ ਦੇਸ਼ ਤਾਂ ਵਿਕਾਸਸ਼ੀਲ ਹੈ, ਪਰ ਤਾਂ ਵੀ ਸਾਡੇ ਕੋਲ ਸੰਸਾਰ ਦੀ ਬਹੁਤ ਸਾਰੀ ਆਧੁਨਿਕ ਵਿਦਿਆ ਤੇ ਆਧੁਨਿਕ ਟੈਕਨੋਲੋਜੀ ਹੈ। ਤੇ ਪਾਪਾ, ਤੁਹਾਡੇ ਕਥਨਾਂ ਮੁਤਾਬਿਕ ਜੋ ਵਸਤਾਂ ਤੁਸੀਂ ਦੱਸ ਰਹੇ ਹੋ, ਜੋ ਹਥਿਆਰ ਤੁਸੀਂ ਦੱਸ ਰਹੇ ਹੋ, ਉਹਨਾਂ ਦੇ ਕੋਈ ਅਵਸ਼ੇਸ਼ ਮਿਲੇ? ਕੋਈ ਕਾਰਬਨ ਡੇਟਿੰਗ ਕਰਕੇ ਉਹਨਾਂ ਦੇ ਵਾਪਰਨ ਦਾ ਕਾਲ ਆਂਕਿਆ ਗਿਆ?
ਨਹੀਂ ਬੇਟਾ, ਐਸਾ ਕੁਝ ਤਾਂ ਕਿਸੇ ਖੁਦਾਈ 'ਚ ਸਾਹਮਣੇ ਨਹੀਂ ਆ। ਕਿਸੇ ਵਸਤੂ ਦਾ ਕੋਈ ਅਵਿਸ਼ੇਸ਼ ਮਿਲਣ ਜਾਂ ਕਾਰਬਨ ਡੇਟਿੰਗ ਦਾ ਕੋਈ ਜ਼ਿਕਰ ਮੈਂ ਤਾਂ ਨਹੀਂ ਸੁਣਿਆ। ਪਾਪਾ, ਵਿਗਿਆਨ ਵਿੱਚ ਤਾਂ ਕਰੋੜਾਂ ਸਾਲ ਪੁਰਾਣੇ ਬੈਕਟੀਰੀਆ ਤੇ ਵਾਇਰਸ ਵੀ ਮਿਲ ਗਏ ਸਨ, ਉਹਦੇ ਅਵਸ਼ੇਸ਼ ਵੀ ਮਿਲ ਗਏ ਸਨ। ਕਲੀਅਰ ਹੈ ਕਿ ਵਿਗਿਆਨ ਪ੍ਰਤੱਖ ਦੀ ਗੱਲ ਹੈ, ਅਗੰਮ ਦੀ ਨਹੀਂ। ਹਾਂ, ਇਹ ਤਾਂ ਠੀਕ ਹੈ ਪੁੱਤਰ ਜੀ, ਪਰ ਮੇਰੇ ਕਥਨਾਂ ਉੱਪਰ ਤੁਹਾਡੀ ਸ਼ੰਕਾ ਕੀ ਹੈ, ਇਹ ਤਾਂ ਦੱਸੋ। ਵੇਖੋ ਪਾਪਾ, ਇਹ ਕਥਾਵਾਂ ਉੱਪਰ ਵਿਸ਼ਵਾਸ ਤਾਂ ਅਨੇਕਾਂ ਲੋਕ ਕਰਦੇ ਨੇ ਤੇ ਬੇਸ਼ੱਕ ਕਰਦੇ ਰਹਿਣਗੇ, ਪਰ ਇਸ ਵਿਸ਼ਵਾਸ ਨੂੰ ਵਿਗਿਆਨ ਕਹਿਣਾ ਸਹੀ ਨਹੀਂ ਹੈ। ਪਾਪਾ, ਸਿੰਪਲ ਹੈ। ਕਿਸੇ ਵੀ ਕਥਾ ਜਾਂ ਗਲਪ ਨੂੰ ਵਿਗਿਆਨ ਗਲਪ ਕਹਿਣ ਤੋਂ ਪਹਿਲਾਂ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਹਦਾ ਵਿਗਿਆਨ ਦੇ ਨਿਯਮਾਂ ਤੇ ਮਾਪਦੰਡਾਂ ਦੇ ਮੁਤਾਬਕ ਅਧਿਐਨ ਕਰੀਏ, ਐਵੇਂ ਨਾ ਕਿਸੇ ਦੇ ਪਿੱਛੇ ਲੱਗੀਏ। ਹਾਂ ਪਾਪਾ, ਵਿਗਿਆਨ ਅਨੁਸਾਰ ਤਾਂ ਵਿਗਿਆਨਕ ਅਧਿਐਨ 'ਚ ਸ਼ਾਮਿਲ ਹੈ ਕਿ ਵਰਤਾਰਿਆਂ ਦਾ ਅਵਲੋਕਨ ਤੇ ਹਰ ਸਥਾਨ ਉੱਪਰ ਇੱਕੋ ਜਿਹੇ ਸਾਜੋ ਸਮਾਨ ਤੇ ਇੱਕੋ ਜਿਹੀਆਂ ਹਾਲਾਤਾਂ 'ਚ ਕਿਸੇ ਵਰਤਾਰੇ ਦੀ ਮੁੜ-ਮੁੜ ਦੁਹਰਾਈ ਤੇ ਹਕੀਕਤ 'ਚ ਕਿਸੇ ਵੀ ਵਰਤਾਰੇ ਦਾ ਆਮ ਵਰਤਾਰੇ ਦੇ ਬਤੌਰ ਵਾਪਰਨਾ ਹੀ ਵਿਗਿਆਨ ਕਿਹਾ ਜਾ ਸਕਦਾ ਹੈ। ਆਈ ਐਮ ਇੰਪ੍ਰੈਸਡ। ਵਿਗਿਆਨ ਬਾਰੇ ਕੁਝ ਹੋਰ ਚਾਨਣਾ ਪਾਓ ਬਈ ਬੱਚਿਓ। ਪਾਪਾ, ਵਿਗਿਆਨ ਕਿਸੇ ਜਾਤ-ਪਾਤ, ਧਰਮ, ਨਸਲ, ਰੰਗ, ਲਿੰਗ ਤੇ ਬੋਲੀ ਦੇ ਨਾਲ ਭੇਦ ਨਹੀਂ ਕਰਦੀ। ਇਹ ਸਾਰੀਆਂ ਚੀਜ਼ਾਂ ਵਾਸਤੇ ਹੈ, ਸਾਰਿਆਂ ਵਾਸਤੇ ਹੈ, ਸਾਰਿਆਂ ਉੱਪਰ ਇੱਕੋ ਜਿਹਾ ਹਾਲਾਤਾਂ ਤੇ ਇੱਕਸਾਰ ਲਾਗੂ ਹੁੰਦਾ ਹੈ। ਪਾਪਾ, ਵਿਗਿਆਨ ਕਿਸੇ ਦੇਸ਼ ਜਾਂ ਨਸਲ ਜਾਂ ਖਿੱਤੇ ਦਾ ਵੱਖਰਾ ਨਹੀਂ ਹੈ, ਨਾ ਹੀ ਇਸ ਦੇ ਨਿਯਮ ਵਿਗਿਆਨ ਦੇ ਲਾਗੂ ਹੋਣ 'ਚ ਜਾਂ ਵਰਤੋਂ 'ਚ ਕਿਸੇ ਨਾਲ ਕੋਈ ਭੇਦਭਾਵ ਕਰਦੇ ਨੇ। ਇਹ ਸਰਾਪ ਜਾਂ ਵਰਦਾਨ ਸਾਰਿਆਂ ਵਾਸਤੇ ਇੱਕੋ ਜਿਹੇ ਹੁੰਦੇ ਨੇ। ਕਰੋਨਾ ਨੇ ਤਾਂ ਸਭ ਪ੍ਰਤੱਖ ਕਰ ਹੀ ਦਿੱਤਾ, ਸਭ ਕੁਝ ਤੁਹਾਡੇ ਸਾਹਮਣੇ ਹੀ ਹੈ। ਇਸੇ ਲਈ ਪਾਪਾ, ਹਰੇਕ ਕਥਾ, ਕਹਾਣੀ ਜਾਂ ਗਲਪ ਨੂੰ ਆਪਾਂ ਵਿਗਿਆਨ ਗਲਪ ਨਹੀਂ ਕਹਿ ਸਕਦੇ। ਵਿਗਿਆਨ ਗਲਪ ਦੀ ਪਰਖ ਵਿਗਿਆਨ ਦੇ ਨਿਯਮਾਂ ਮੁਤਾਬਕ ਹੀ ਹੁੰਦੀ ਹੈ। ਠੀਕ ਹੈ ਪੁੱਤਰੋ, ਮੰਨ ਗਿਆ ਮੈਂ ਕਿ ਹਰ ਕਥਾ ਵਿਗਿਆਨਕ ਗਲਪ ਨਹੀਂ ਹੋ ਸਕਦੀ, ਪਰ ਬੇਟਾ ਜੀ, ਲੇਖਕ ਦੀ ਸੋਚ ਦੀ ਉਡਾਰੀ ਨੂੰ ਤਾਂ ਮੰਨਣ 'ਚ ਕੋਈ ਹਰਜ਼ ਨਹੀਂ ਨਾ। ਇਸੇ ਲਈ ਪਾਪਾ, ਆਓ ਸਲਾਮ ਕਰੀਏ ਹੁਣ। ਬੇਟਾ ਸਹੀ ਹੈ। ਦੇਖੋ, ਸਲਾਮ ਤਾਂ ਵਿਗਿਆਨਕ ਸੋਚ ਨੂੰ ਹੀ ਕਰਨੀ ਚਾਹੀਦੀ ਹੈ, ਕਿਉਂਕਿ ਵਿਗਿਆਨ ਨੂੰ ਤਾਂ ਚੁਣੌਤੀ ਨਾਲ ਕੋਈ ਗਿਲਾ ਨਹੀਂ। ਇਹ ਤਾਂ ਹਰ ਵਕਤ ਖੋਜ ਵਿੱਚ ਜੁਟੀ ਰਹਿੰਦੀ ਹੈ ਤੇ ਇਸ ਨੂੰ ਤਾਂ ਹਰ ਚੁਣੌਤੀ ਸਵੀਕਾਰ ਰਹਿੰਦੀ ਹੈ। ਠੀਕ ਹੈ ਨਾ ਬੱਚੋ? ਸਹੀ ਕਿਹਾ ਜੀ ਪਾਪਾ। ਪਾਪਾ। ਲੱਗਦਾ ਪਾਪਾ ਆ ਗਏ। ਸਾਰਿਕਾ, ਜਾ ਕੇ ਦਰਵਾਜ਼ਾ ਖੋਲ। ਰਿਸ਼ੀ ਵੀਰੇ, ਤੂੰ ਦੇਖਣਾ। ਆ ਸੀ ਕਿਸੇ ਥਾਂ ਦੀ। ਪਾਪਾ, ਤੁਸੀਂ ਆ ਗਏ। ਮੈਂ ਤਾਂ ਬੜੀ ਦੇਰ ਤੋਂ ਤੁਹਾਡੀ ਵੇਟ ਕਰ ਰਹੀ ਸੀ। ਅੱਛਾ ਬੇਟਾ, ਖੀਰ ਖੂਰ ਬਣਾ ਕੇ ਰੱਖੀ ਮੇਰੇ ਲਈ। ਪਾਪਾ, ਤੁਸੀਂ ਵੀ ਨਾ, ਇਹ ਆਲਸ ਦੀ ਦੇਵੀ ਖੀਰ ਬਣਾਏਗੀ। ਇਹਦੇ ਤਾਂ ਜੇ ਮੂੰਹ ਤੇ ਮੱਖੀ ਬੈਠ ਜਾਏ ਤਾਂ ਉਸ ਨੂੰ ਉਡਾਉਣ ਲਈ ਵੀ ਰਿਸ਼ੀ ਵੀਰ ਨੂੰ ਬੁਲਾਏਗੀ। ਕੀ ਹੈ? ਜਿੱਦਾਂ ਦਾ ਸਾਰੇ ਘਰ ਦੇ ਕੰਮ ਰਿਸ਼ੀ ਵੀਰ ਹੀ ਕਰਦਾ ਹੈ। ਲੈ, ਹੋਰ ਨਹੀਂ ਤਾਂ ਕੀ। ਠੀਕ ਹੈ ਪੁੱਤ, ਠੀਕ ਹੈ, ਠੀਕ ਹੈ। ਹੁਣ ਇਹ ਦੱਸ ਬੱਚੇ ਕਿ ਤੂੰ ਮੇਰਾ ਇੰਤਜ਼ਾਰ ਕਿਉਂ ਕਰ ਰਹੀ ਸੀ? ਕੋਈ ਖਾਸ ਗੱਲ ਸੀ? ਪਾਪਾ, ਅੱਜ ਕੱਲ ਨਾ ਸ਼ਾਮ ਨੂੰ ਇੱਕ ਹੋਰ ਪੁਰਾਣਾ ਟੀਵੀ ਸੀਰੀਅਲ ਆ ਰਿਹਾ ਹੈ। ਅੱਛਾ, ਮਹਾਭਾਰਤ। ਪਾਪਾ, ਕੀ ਕਰੋਨਾ ਸੰਕਟ ਵੇਲੇ ਅਸੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਸਾਡੇ ਸੰਵਿਧਾਨ ਦੇ ਪ੍ਰਾਵਧਾਨਾਂ ਦੀ ਪਾਲਣਾ ਹਿੱਤ ਲੋਕਾਂ 'ਚ ਕਰੋਨਾ ਪ੍ਰਤੀ ਵਿਗਿਆਨਿਕ ਸੋਚ ਵਿਕਸਿਤ ਨਹੀਂ ਕਰ ਸਕਦੇ? ਕਰੋਨਾ ਨਾਲ ਸੰਬੰਧਿਤ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਦਾ ਪਰਦਾਫਾਸ਼ ਕਰਕੇ ਲੋਕਾਂ ਦਾ ਸਹਿਯੋਗ ਨਹੀਂ ਲੈ ਸਕਦੇ ਤੇ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਲਈ ਆਮ ਰਾਏ ਨਹੀਂ ਬਣਾ ਸਕਦੇ ਕਿ ਅਸੀਂ ਐਡੀ ਵੱਡੀ ਮੁਸੀਬਤ ਵੇਲੇ ਲੋਕਾਂ ਦੀ ਸਰਗਰਮ ਸ਼ਮੂਲੀਅਤ ਲਈ ਪ੍ਰੋਗਰਾਮ ਨਹੀਂ ਵਿਖਾ ਸਕਦੇ? ਕਿ ਅਸੀਂ ਬਿਮਾਰੀ ਵੇਲੇ ਮਨੋਬਲ ਉੱਚਾ ਕਰਨ ਵਾਲੇ ਗੀਤ, ਨਾਟਕ ਵਗੈਰਾ ਨਹੀਂ ਵਿਖਾ ਸਕਦੇ? ਕਿਆ ਬਾਤ ਹੈ ਬੇਟਾ, ਹੋ ਸਕਦਾ ਸੀ, ਜ਼ਰੂਰ ਹੋ ਸਕਦਾ ਸੀ। ਰਾਮਾਇਣ ਤੇ ਮਹਾਭਾਰਤ ਦੇ ਨਾਲ ਹੀ ਅਸੀਂ ਹੋਰ ਬਹੁਤ ਸਾਰੀਆਂ ਗਿਆਨਵਰਧਕ ਕਹਾਣੀਆਂ ਵਿਖਾ ਸਕਦੇ ਸੀ। ਮਹਾਮਾਰੀਆਂ ਦਾ ਇਤਿਹਾਸ, ਮਨੁੱਖਤਾ ਵੱਲੋਂ ਇਹਨਾਂ ਦਾ ਟਾਕਰਾ, ਇਹਨਾਂ ਸਾਰੀਆਂ ਚੀਜ਼ਾਂ ਤੇ ਚਾਨਣਾ ਪਾ ਸਕਦਾ ਸੀ। ਇਸ ਦੇ ਨਾਲ ਹੀ ਮਨੋਰੰਜਨ ਵਾਸਤੇ ਤੇ ਸੋਚ ਦੀ ਉਡਾਰੀ ਵਾਸਤੇ ਵਿਗਿਆਨ ਗਲਪ ਵਾਲੀਆਂ ਤਾਜ਼ੀਆਂ ਹਿੰਦੀ ਫਿਲਮਾਂ ਵੀ ਦਿਖਾ ਸਕਦੇ ਸੀ। ਬਿਲਕੁਲ ਪਾਪਾ, ਬਹੁਤ ਸਾਰੀਆਂ ਡਾਕੂਮੈਂਟਰੀਜ਼ ਨੇ। ਕਰੋਨਾ ਦੀ ਬਾਬਤ ਬੜੇ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਮਝਾਇਆ ਜਾ ਸਕਦਾ ਸੀ ਕਿ ਕੁਆਰੰਟੀਨ ਕੀ ਹੈ, ਆਈਸੋਲੇਸ਼ਨ ਕੀ ਹੈ, ਵਾਇਰਸ ਕੀ ਹੁੰਦੇ ਨੇ ਔਰ ਇਹ ਸਾਡੀ ਜ਼ਿੰਦਗੀ 'ਚ ਸੁੱਖ ਤੇ ਦੁੱਖ ਕਿਵੇਂ ਲਿਆਉਂਦੇ ਆ। ਹਾਂ ਬੇਟਾ, ਬਿਲਕੁਲ ਹੋ ਸਕਦਾ ਸੀ। ਕੋਵਿਡ ਰੋਗ ਤੇ ਕਰੋਨਾ ਵਾਇਰਸ ਇਨਫੈਕਸ਼ਨ 'ਚ ਅੰਤਰ 18 ਅਕਤੂਬਰ 2019 ਨੂੰ ਅਮਰੀਕਾ ਦੇ ਨਿਊਯਾਰਕ ਵਿਖੇ
ਪੀਰੀ ਹੋਟਲ 'ਚ ਕੀਤੀ ਪੈਂਡੈਮਿਕ 201 ਨਾਮੀ ਕਾਨਫਰੰਸ ਦੀਆਂ YouTube ਉੱਪਰ ਪਈਆਂ ਵੀਡੀਓਜ਼ ਵਿਖਾ ਸਕਦੇ ਸੀ। ਕਿੰਨਾ ਕੁਝ ਕਲੀਅਰ ਹੋ ਜਾਣਾ ਸੀ। ਹੁਣ ਇਸ ਕਾਨਫਰੰਸ 'ਚ ਨੋਵਲ ਕਰੋਨਾ ਵਾਇਰਸ ਦਾ ਖਤਰਾ, ਉਸ ਨੂੰ ਠੱਲਣ ਤੇ ਇਲਾਜ ਕਰਨ ਦੇ ਦੱਸੇ ਯਤਨ ਉਸ ਵੇਲੇ ਕਲਪਨਾ ਸੀਗੇ, ਜੋ 3 ਮਹੀਨਿਆਂ ਬਾਅਦ ਹਕੀਕਤ ਬਣ ਗਏ। ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕਰੋਨਾ ਕਾਲ ਅੰਦਰ ਹਵਾਈ ਅੱਡਿਆਂ ਉੱਪਰ ਸਿਕਿਉਰਿਟੀ ਚੈੱਕ, ਸੈਨੀਟਾਈਜੇਸ਼ਨ ਤੇ ਮਾਰਗਦਰਸ਼ਨ ਵਾਸਤੇ ਬਨੌਟੀ ਬੁੱਧੀ ਆਧਾਰਿਤ ਰਿਪੋਰਟ ਦੀ ਵਰਤੋਂ ਨੂੰ ਦਰਸਾ ਸਕਦੇ ਸੀ। ਬਿਲਕੁਲ, ਐਂ ਤਾਂ ਹਸਪਤਾਲਾਂ 'ਚ ਕਰੋਨਾ ਮਰੀਜ਼ਾਂ ਦੇ ਇਲਾਜ 'ਚ ਮਨੁੱਖੀ ਦਖਲ ਨੂੰ ਘਟਾ ਕੇ ਚੈਟਬੋਟ ਰਾਹੀਂ ਉਹਨਾਂ ਨੂੰ ਦਵਾਈਆਂ, ਖੁਰਾਕ ਤੇ ਹੋਰ ਵਸਤਾਂ ਪਹੁੰਚਦੀਆਂ ਕਰ ਸਕਦੇ ਸੀ। ਬਿਲਕੁਲ ਪਾਪਾ, ਰੋਬੋਟਾਂ ਰਾਹੀਂ ਅਸੀਂ ਮਰੀਜ਼ਾਂ ਦੀ ਉਹਨਾਂ ਦੇ ਰਿਸ਼ਤੇਦਾਰ ਨਾਲ ਗੱਲ ਕਰਵਾ ਸਕਦੇ ਸੀ। ਕਰੋਨਾ ਵਾਰਡ ਦੇ ਅੰਦਰ ਦੀ ਪਲ-ਪਲ ਦੀ ਸੂਚਨਾ ਦੇਣ ਲਈ ਅਸੀਂ ਵੀ ਰੋਬੋਟਾਂ ਦੀ ਸਹਿਯੋਗ ਵਰਤੋਂ ਕਰ ਸਕਦੇ ਸੀ। ਪਰ ਕੌਣ ਕਹੇ ਸਾਹਿਬ ਨੂੰ ਵਜੀਦਾ ਇੰਜ ਨਹੀਂ ਇੰਜ ਕਰ। ਆਹੋ, ਐਦਾਂ ਤਾਂ ਮ੍ਰਿਤਕ ਦੇਹਾਂ ਦੀਆਂ ਅੰਤਿਮ ਰਸਮਾਂ ਲਈ ਸੁਰੱਖਿਅਤ ਨਿਪਟਾਰੇ ਵਾਸਤੇ ਵੀ ਬੰਦਿਆਂ ਦੀ ਥਾਂ ਰੋਬੋਟ ਵਰਤ ਸਕਦੇ ਸੀ। ਇਹੀ ਤਾਂ ਮੌਕਾ ਸੀ ਬਣਾਉਟੀ ਭੌਤਿਕਤਾ ਦਾ ਅਸਲੀ ਫਾਇਦਾ ਲੈਣ ਦਾ। ਪਾਪਾ, ਪਰ ਹੁਣ ਤਾਂ ਲੋਕਾਂ ਨੂੰ ਮਹਾਭਾਰਤ ਵੀ ਦਿਖਾਇਆ ਜਾ ਰਿਹਾ ਹੈ। ਔਰ ਪਤਾ ਹੈ, ਅੱਜ ਦੀ ਕੜੀ ਦੇ ਵਿੱਚ ਨਾ ਇੱਕ ਬੜਾ ਅਜੀਬ ਜਿਹਾ ਪਾਤਰ ਸੀ, ਘਟੋਤਕਚ। ਹਾਂ ਸਾਰਿਕਾ, ਇਹ ਭੀਮ ਤੇ ਭੀਮ ਦੀ ਪਤਨੀ ਭੀਲਨੀ ਹਿਡੰਬੀ ਦਾ ਪੁੱਤਰ ਸੀ। ਜਨਮ ਦੇ ਸਮੇਂ ਇਸ ਦੇ ਸਿਰ ਉੱਪਰ ਵਾਲ ਨਹੀਂ ਸੀਗੇ ਤੇ ਇਸ ਦਾ ਮੱਥਾ ਹਾਥੀ ਵਰਗਾ ਸਪਾਟ, ਵਜਾਏ ਜਾਣ ਵਾਲੇ ਘੜੇ ਜਾਂ ਕਟੰਬ ਦੀ ਤਰ੍ਹਾਂ ਸੀ। ਅੱਛਾ, ਇਸ ਲਈ ਇਸ ਦਾ ਨਾਂ ਘਟੋਤਕਚ ਰੱਖਿਆ ਗਿਆ, ਕਿਉਂਕਿ ਸੰਸਕ੍ਰਿਤ 'ਚ ਉਤਕਚ ਦਾ ਅਰਥ ਹੁੰਦਾ ਹੈ ਕੇਸਹੀਣ। ਓਹ ਇੰਟਰਸਟਿੰਗ। ਹੁਣ ਦੇਖੋ, ਲਿਖਾਰੀ ਦੀ ਕਲਪਨਾ ਅਨੁਸਾਰ ਇਹ ਡੀਲ ਡੋਲ 'ਚ ਕਾਫੀ ਵੱਡਾ ਸੀ ਤੇ ਆਪਣੇ ਆਕਾਰ ਨੂੰ ਛਲੇਡੇ ਦੀ ਤਰ੍ਹਾਂ 1000 ਗੁਣਾ ਤੱਕ ਵਧਾ ਸਕਦਾ ਸੀ। ਜਸਟ ਇਮੇਜਿਨ, 1000 ਗੁਣਾ ਤੱਕ। ਇੰਨਾ ਬਲਸ਼ਾਲੀ ਦਰਸਾਇਆ ਗਿਆ ਹੈ ਕਿ ਆਪਣੇ ਪੈਰ ਦੀ ਇੱਕ ਠੋਕਰ ਨਾਲ ਕਿਸੇ ਰੱਥ ਨੂੰ ਬਹੁਤ ਦੂਰ ਤੱਕ ਸੁੱਟ ਸਕਦਾ ਸੀ। ਪਰ ਕਰਨ ਨਾਲ ਲੜਾਈ 'ਚ ਉਸ ਦੀ ਮੌਤ ਹੋਈ। ਲਿਖਿਆ ਕਿ ਮਰਦੇ ਮਰਦੇ ਵੀ ਉਸਨੇ ਆਪਣੇ ਆਕਾਰ ਨੂੰ ਇੰਨਾ ਵਧਾ ਲਿਆ ਕਿ ਡਿੱਗਦੇ ਡਿੱਗਦੇ ਕੌਰਵਾਂ ਦੀ ਇੱਕ ਖੂਨੀ ਸੈਨਾ ਉਸਦੇ ਹੇਠਾਂ ਦਬ ਕੇ ਮਰ ਗਈ। ਕਿੰਨੀ ਕੁ ਵਿਸ਼ਾਲ ਪਾਪਾ। ਇਹ ਖੂਨੀ ਦਾ ਕੀ ਮਤਲਬ ਹੈ? ਕਿੰਨੀ ਹੁੰਦੀ ਹੈ ਸੇਨਾ? ਬੇਟਾ, ਮੰਨਿਆ ਜਾਂਦਾ ਹੈ ਕਿ ਇੱਕ ਖੂਨੀ ਸੈਨਾ 'ਚ 21,870 ਰੱਥ, 21,870 ਹਾਥੀ, 65,610 ਘੁੜਸਵਾਰ ਤੇ 1,09,350 ਪੈਦਲ ਯੋਧਾ ਹੁੰਦੇ ਸੀ। ਓ ਮਾਈ ਗॉड। ਇਹਨਾਂ ਸਭ ਦਾ ਜੋੜ ਹੋਇਆ ਕਰੀਬ 2,87,000 ਯੋਧੇ। ਤੂੰ ਕੈਲਕੂਲੇਟਰ ਤਿਆਰ ਹੀ ਰੱਖਿਆ ਕਰ ਆਪਣਾ। ਮੈਂ ਤੇ ਹਰ ਵੱਲ ਤਿਆਰ ਹੈ ਨਾ ਪਾਪਾ। ਐਨੇ ਲੋਕ ਘਟੋਟਕੱਚ ਦੇ ਸਰੀਰ ਦੇ ਹੇਠਾਂ ਦੱਬ ਕੇ ਮਰ ਗਏ? ਅਸੰਭਵ, ਇਹ ਤਾਂ ਕੋਰੀ ਗੱਪ ਹੈ। ਹਾਂ ਬੇਟਾ, ਹੋ ਸਕਦਾ ਹੈ ਇਸ ਵਿਵਰਣ 'ਚ ਸੰਖਿਆਵਾਂ ਨੂੰ ਵਧਾ ਚੜਾ ਕੇ ਦੱਸਿਆ ਗਿਆ ਹੋਵੇ, ਪਰ ਮਹਾਭਾਰਤ ਦੇ ਰਚਨਾਕਾਰ ਦੀ ਕਲਪਨਾ ਅਨੁਸਾਰ ਮਰਦੇ ਸਮੇਂ ਘਟੋਤਕਚ ਨੇ ਆਪਣਾ ਸਰੀਰ ਇੰਨਾ ਵਧਾ ਲਿਆ ਸੀ ਕਿ ਯੋਧਾਵਾਂ ਦੀ ਇੱਕ ਬਹੁਤ ਵੱਡੀ ਸੰਖਿਆ ਉਸ ਦੇ ਸਰੀਰ ਦੇ ਹੇਠਾਂ ਦਬ ਕੇ ਮਰ ਗਈ ਸੀ। ਅੱਛਾ ਪਾਪਾ, ਮੈਂ ਨਹੀਂ ਮੰਨਦੀ। ਇੰਨਾ ਵਿਸ਼ਾਲ ਕਾਏ ਕੋਈ ਹੱਡ ਮਾਸ ਦਾ ਆਦਮੀ ਹੋ ਸਕਦਾ ਹੈ ਭਲਾ? ਬੇਟਾ, ਇਹੀ ਤਾਂ ਮੈਂ ਵੀ ਸੋਚਦਾ ਹਾਂ ਕਿ ਇਹ ਤਾਂ ਕੋਈ ਮਾਇਆਵੀ ਸ਼ਕਤੀ ਦਾ ਹੀ ਬਿਰਤਾਂਤ ਹੈ। ਪਰਬਤ ਆਕਾਰੀ ਹੈ, ਪਰ ਸਧਾਰਨ ਅਵਸਥਾ 'ਚ ਤੋੜ ਮਰੋੜ ਕੇ ਸਧਾਰਨ ਆਕਾਰ 'ਚ ਰਹਿੰਦੀ ਹੈ। ਹਾਂ, ਜਦੋਂ ਚਾਹੇ ਆਪਣੇ ਆਕਾਰ ਨੂੰ ਵਧਾ ਸਕਦੀ ਹੈ, ਖੁਦ ਫੈਸਲਾ ਲੈਂਦੀ ਹੈ ਕਿ ਉਸਨੇ ਕਦੋਂ ਸਧਾਰਨ ਆਕਾਰ 'ਚ ਰਹਿਣਾ ਹੈ ਤੇ ਕਦੋਂ ਆਕਾਰ ਨੂੰ ਵਧਾਉਣਾ ਹੈ। ਇਹ ਮਾਇਆਵੀ ਤਾਂ ਹੋਇਆ। ਘਟੋਤਕੱਚ ਦੇ ਅਤਿਅੰਤ ਬਲਸ਼ਾਲੀ ਵੱਡੇ ਆਕਾਰ ਵਾਲੇ ਸਰੀਰ ਤੇ ਅਦਭੁਤ ਸ਼ਕਤੀਆਂ ਲਈ ਉਸ ਦੀ ਮਾਂ ਨੂੰ ਮਾਇਆਵਿਨੀ ਰਾਖਸ਼ਨੀ ਦੇ ਰੂਪਾਂ 'ਚ ਗੱਡ ਦਿੱਤਾ ਹੋਵੇਗਾ, ਹੈ ਨਾ ਪਾਪਾ? ਸ਼ਾਬਾਸ਼, ਹੁਣ ਤੁਸੀਂ ਗੱਲ ਸਮਝਣ ਲੱਗ ਪਏ ਹੋ। ਹਾਂ ਪਾਪਾ, ਪਹਿਲਾਂ ਤਾਂ ਵੀਰਾ ਬੁੱਧੂ ਸੀ, ਹੈ ਨਾ ਪਾਪਾ? ਤੂੰ ਤਾਂ ਅਜੇ ਵੀ ਬੁੱਧੂ ਐ, ਉਸ ਬਾਰੇ ਵੀ ਬੋਲ। ਪਰ ਪਾਪਾ, ਤੁਹਾਨੂੰ ਨਹੀਂ ਲੱਗਦਾ ਕਿ ਸਾਰੇ ਬਿਆਨ, ਸਾਰੀਆਂ ਘਟਨਾਵਾਂ ਕੰਟਰਾਡਿਕਟਰੀ ਨੇ, ਬੜੀਆਂ ਸਸਪੀਸ਼ੀਅਸ ਨੇ? ਉਹ ਕਿਵੇਂ ਬੇਟਾ? ਦੇਖ, ਕਥਾ ਤਾਂ ਕਹਿੰਦੀ ਹੈ ਕਿ ਪਾਂਡਵਾਂ ਨੂੰ ਪਾਸੇ ਯਾਨੀ ਸ਼ਤਰੰਜ 'ਚ ਹਰਾਉਣ ਵੇਲੇ ਤਾਂ ਦੁਰਯੋਧਨ ਦੇ ਕੋਲ ਕਿਸੇ ਡੀਪ ਬਲੂ ਵਰਗੀ ਮਸ਼ੀਨ ਦੀ ਕਲਪਨਾ ਨਹੀਂ ਕੀਤੀ ਲੇਖਕ ਨੇ। ਉਸ ਵਕਤ ਉਹ ਮਾਮਾ ਸ਼ਕੁਨੀ ਦੀ ਮਾਰੀ ਠੱਗੀ ਕਾਰਨ ਬਦਲੇ ਹੋਏ ਪਾਸੇ ਰਾਹੀਂ ਧੋਖੇ ਨਾਲ ਜਿੱਤੇ ਸਨ। ਪਾਪਾ, ਯੁਧਿਸ਼ਟਰ ਨੇ ਵੀ ਤਾਂ ਕਿਹਾ ਸੀ ਕਿ ਅਸ਼ਵਥਾਮਾ ਮਰ ਗਿਆ। ਹਾਂ ਰਿਸ਼ੀ, ਠੀਕ ਹੈ ਤੇਰੀ ਗੱਲ ਵੀ। ਇਹ ਲਿਖਤ ਤਾਂ ਇਸੇ ਤਰ੍ਹਾਂ ਹੀ ਦਰਸਾਈ ਹੈ। ਇਹ ਵਿਗਿਆਨ ਗਲਪ ਨਹੀਂ ਹੈ। ਪਾਪਾ, ਦ੍ਰੋਪਦੀ ਦੀ ਇੱਜ਼ਤ ਬਚਾਉਣ ਵਾਸਤੇ ਭੀਮ ਵੱਲੋਂ ਕੀਚਕਤਾ ਵੱਧ ਵੀ ਤਾਂ ਕਥਾ ਦਾ ਹੀ ਹਿੱਸਾ ਹੈ। ਉੱਥੇ ਵੀ ਕਿਸੇ ਕਲਪਨਾ ਦਾ ਕੋਈ ਅੰਸ਼ ਨਹੀਂ ਤੇ ਨਾ ਹੀ ਕੋਈ ਵਿਗਿਆਨ ਗਲਪ ਦੇ ਨਾਲ ਮੇਲ ਖਾਂਦੀ ਗੱਲ ਹੈ।
ਬਿਲਕੁਲ ਸਾਰਿਕਾ, ਸਹੀ ਕਿਹਾ ਤੂੰ। ਮਹਾਭਾਰਤ 'ਚ ਦਰਜ ਹੈ ਕਿ ਸ਼ਿਖੰਡੀ ਨੂੰ ਤਾਂ ਅੱਗੇ ਹੀ ਖੜਾ ਕੀਤਾ ਗਿਆ ਸੀ, ਬਾਣ ਤਾਂ ਪਿੱਛੋਂ ਅਰਜੁਨ ਹੀ ਚਲਾਉਂਦਾ ਸੀ। ਪਾਪਾ, ਸ਼੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ, ਉਹਦੀ ਛਾਤੀ ਦੇ ਉੱਪਰ ਪੈਰ ਧਰ ਕੇ। ਭਗਵਤ ਪੁਰਾਣ ਅਨੁਸਾਰ ਰਾਜੇ ਦਾ ਰਾਜ ਮਾੜਾ ਸੀ, ਇਨਸਾਫ ਨਹੀਂ ਸੀ ਕਰ ਸਕਦਾ। ਉਸ ਦੇ ਰਾਜ ਦੇ ਵਿੱਚ ਚੋਰੀਆਂ, ਠੱਗੀਆਂ, ਡਾਕੇ ਤੇ ਹੋਰ ਜ਼ੁਲਮ ਹੱਦਾਂ ਹੀ ਟੱਪ ਗਏ ਸੀ। ਇਸੇ ਕਰਕੇ ਤਾਂ ਸ਼੍ਰੀ ਕ੍ਰਿਸ਼ਨ ਨੇ ਰਾਜੇ ਨੂੰ ਮਾਰਿਆ। ਉਹ ਪਾਪ ਨਹੀਂ, ਪੁੰਨ ਕਿਹਾ ਗਿਆ। ਪਾਪਾ, ਇਸੇ ਲਈ ਤਾਂ ਕਹਿੰਦੇ ਨੇ ਕਿ ਉਹਨਾਂ ਨੂੰ ਭਾਰਤ ਦਾ ਵਿਗਿਆਨ ਗਲਪ ਨਹੀਂ ਕਹਿ ਸਕਦੇ। ਬੇਟਾ, ਮੈਂ ਤੁਹਾਨੂੰ ਦੱਸਦਾ 100 ਗੱਲਾਂ ਦੀ ਇੱਕ ਗੱਲ। ਦੇਖੋ, ਇਹ ਸਾਡੀਆਂ ਪੁਰਾਤਨ ਕਥਾਵਾਂ ਨੇ। ਵਿਗਿਆਨ ਦੀ ਕਸੌਟੀ ਤੇ ਪਰਖਣ ਨਾਲ ਇਹਨਾਂ ਨੂੰ ਵਿਗਿਆਨ ਗਲਪ ਕਹਿਣਾ ਮੁਸ਼ਕਲ ਹੈ। ਹਾਂ, ਪਰ ਇਹ ਵੀ ਸੱਚ ਹੈ ਕਿ ਇਹਨਾਂ 'ਚ ਬਹੁਤ ਸਾਰੀਆਂ ਮਨੁੱਖੀ ਇੱਛਾਵਾਂ ਦਾ ਪ੍ਰਗਟਾਅ ਹੈ, ਜਿਨ੍ਹਾਂ ਨੂੰ ਕਈ ਵਾਰ ਵਿਗਿਆਨ ਗਲਪ ਕਹਿਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ। ਹੁਣ ਆਧੁਨਿਕ ਬਣਾਉਟੀ ਬੌਧਿਕਤਾ 'ਚ ਆਕਾਰ ਬਦਲ ਲੈਣਾ, ਲਗਾਤਾਰ ਬਿਨਾਂ ਆਰਾਮ ਕਰੇ ਕੰਮ ਕਰਨਾ, ਮਨੁੱਖ ਦੀ ਤਰ੍ਹਾਂ ਸੰਵੇਦਨਾ ਵਿਅਕਤ ਕਰਨ ਦੀ ਕੋਸ਼ਿਸ਼ ਕਰਨਾ, ਇਹ ਸਾਰੀਆਂ ਚੀਜ਼ਾਂ ਸਾਡੇ ਭਵਿੱਖ ਦੀਆਂ ਸੰਭਾਵਨਾਵਾਂ ਨੇ। ਸਮਾਜ ਵਿੱਚ ਇਹਨਾਂ ਦਾ ਕੀ ਪ੍ਰਭਾਵ ਪਏਗਾ, ਇਹ ਤਾਂ ਭਵਿੱਖ ਦੇ ਗਰਭ ਵਿੱਚ ਹੀ ਹੈ। ਅੱਛਾ ਪੁੱਤਰ ਜੀ, ਹੁਣ ਖੀਰ ਖੂਰ ਨਾ ਸਹੀ, ਚਾਹ ਤੇ ਪਿਲਾ ਦਿਓ। ਚਾਹ? ਪਾਪਾ, ਇਸ ਆਲਸੀ ਨੂੰ ਚਾਹ ਬਣਾਉਣ ਲਈ ਕਹਿਣ ਨਾਲੋਂ ਚੰਗਾ ਤੁਸੀਂ ਠੰਡੇ ਪਾਣੀ ਦਾ ਗਲਾਸ ਹੀ ਪੀ ਲਓ। ਵੀਰੇ, ਐਸੀ ਗੱਲ ਹੈ ਸਾਰਿਕਾ? ਨਹੀਂ, ਮੈਂ ਬਣਾਉਣੀ ਆ। That's my good ਬੱਚਾ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ, ਆਉਣ ਵਾਲਾ ਕੱਲ ਦੀ 29ਵੀਂ ਕੜੀ। ਹੁਣ ਨੋਟ ਕਰੋ ਇਸ ਕੜੀ ਦੇ ਸਵਾਲ। ਸਵਾਲ ਨੰਬਰ 1, ਵਿਗਿਆਨ ਗਲਪ ਤੇ ਗਲਪ ਦੇ ਵਿੱਚ ਕੀ ਅੰਤਰ ਹੈ? ਸਵਾਲ ਨੰਬਰ 2, AI ਦੇ ਵਿਗਿਆਨ ਤੇ ਵਿਸ਼ਵਾਸ ਵਿੱਚ ਕੀ ਅੰਤਰ ਹੈ? ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰੋ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਹਿੱਸਾ ਲੈਣ ਵਾਲੇ ਕਲਾਕਾਰ ਰੀਮਾ ਗੁਗਲਾਨੀ, ਪੂਨਮ, ਕਰਨ, ਸੁਦੇਸ਼ ਵਿੰਕਲ ਤੇ ਦਲਜਿੰਦਰ ਸਿੰਘ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।